वचन ਨੂੰ ਲੈ ਕੇ ਖੜੇ ਹੋ ਸਕੀਏ। ਉਸ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਮੈਂ ਤੁਹਾਡਾ ਸਭਨਾਂ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੇ ਲਈ ਲਗਾਤਾਰ ਪ੍ਰਾਰਥਨਾ ਕਰਦੇ ਰਹੇ, ਜਿਸ ਤਰ੍ਹਾਂ ਕਿ ਪਾਸੀ ਨੇ ਵੀ ਪ੍ਰਾਰਥਨਾ ਕਰਵਾਈ। ਔਰ 2 ਹਫ਼ਤੇ ਤੋਂ ਔਰ ਖੁਦਾ ਨੇ ਮੌਕਾ ਦਿੱਤਾ ਕਿ ਇੰਗਲੈਂਡ ਦੇ ਵਿੱਚ ਜਾ ਕੇ ਪਰਮੇਸ਼ਰ ਦੇ ਵਚਨ ਦੀ ਸੇਵਕਾਈ ਕਰ ਸਕਾਂ। ਉਸ ਜਗ੍ਹਾ ਦੇ ਵਿੱਚ ਮੈਨੂੰ ਬਹੁਤ ਖੁਸ਼ੀ ਹੋਈ ਕਿ ਸਾਡੇ ਕਲੀਸਿਆ ਦੇ ਬੱਚੇ ਔਰ ਜੋ ਵਿਦੇਸ਼ ਦੇ ਵਿੱਚ ਨੇ, ਇੰਗਲੈਂਡ ਦੇ ਵਿੱਚ ਨੇ, ਉਹਨਾਂ ਦੇ ਨਾਲ ਮੁਲਾਕਾਤ ਕਰ ਸਕਾਂ। ਭਾਈ ਰਮੇਸ਼ ਮੈਥਿਊਸ ਦੇ ਬੇਟੇ ਔਰ ਬਹੂ ਔਰ ਭੈਣ ਸ਼ਾਇਨਾ, ਉਹਨਾਂ ਦੇ ਪਰਿਵਾਰ ਦੇ ਨਾਲ, ਬੇਟੀ ਪਰਿਵਾਰ ਦੇ ਨਾਲ ਮਿਲਣ ਦੇ ਲਈ, ਉਹਦੇ ਨਾਲ ਕੁਝ ਸਮਾਂ ਗੁਜ਼ਾਰ ਕੇ ਪ੍ਰਾਰਥਨਾ ਕਰਨ ਦੇ ਲਈ ਖੁਦਾ ਨੇ ਮੌਕਾ ਦਿੱਤਾ। ਉਸ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਔਰ ਵੱਖ-ਵੱਖ ਥਾਵਾਂ ਦੇ ਵਿੱਚ ਔਰ ਪਰਮੇਸ਼ਰ ਦੇ ਵਚਨ ਨੂੰ ਕਲੀਸਿਆਵਾਂ ਦੇ ਵਿੱਚ ਮਨਾਦੀ ਕਰਨ ਦੇ ਲਈ ਖੁਦਾ ਨੇ ਅਵਸਰ ਦਿੱਤਾ। ਉਸ ਲਈ ਵੀ ਪ੍ਰਭੂ ਦਾ ਸ਼ੁਕਰ ਕਰਦਾ ਹਾਂ। ਮੈਨੂੰ ਸਭ ਤੋਂ ਵੱਡੇ ਔਰ ਮਾਣ ਹੋਇਆ, ਗਰਵ ਹੋਇਆ ਜਦੋਂ ਮੈਨੂੰ ਇੱਕ ਕਨਵੈਨਸ਼ਨ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਬੁਲਾਇਆ ਗਿਆ। ਮੈਂ ਉਸ ਸਮੇਂ ਨੂੰ ਯਾਦ ਕੀਤਾ ਕਿ 10 ਸਾਲ ਪਹਿਲਾਂ ਮੇਰੇ ਗੁਰੂ, ਮੇਰੇ ਪਿਤਾ ਜੀ ਉਸੇ ਸਟੇਜ 'ਤੇ ਖੜ੍ਹੇ ਹੋ ਕੇ ਵਚਨ ਦਿੱਤਾ ਸੀ ਔਰ ਉਸੇ ਜਗ੍ਹਾ ਦੇ ਵਿੱਚ ਖੁਦਾ ਨੇ ਮੈਨੂੰ ਵੀ ਖੜਾ ਕਰਵਾਇਆ। ਮੈਂ ਉਸ ਲਈ ਪ੍ਰਭੂ ਦਾ ਧੰਨਵਾਦ ਕਰਦਾ ਹਾਂ। ਲਗਭਗ 20 ਮੁਲਕਾਂ ਤੋਂ ਲੋਕ ਉਸ ਜਗ੍ਹਾ ਦੇ ਵਿੱਚ ਸਨ ਔਰ ਉਸ ਜਗ੍ਹਾ ਦੇ ਵਿੱਚ ਕਈ ਮਹਾਨ ਪ੍ਰਚਾਰਕਾਂ ਨੇ ਵਚਨ ਨੂੰ ਸੁਣਾਇਆ, ਪਰਮੇਸ਼ਰ ਦੇ ਕੰਮਾਂ ਨੂੰ ਦੱਸਿਆ। ਸਭ ਤੋਂ ਛੋਟੀ ਉਮਰ ਦਾ ਮੈਂ ਸੀ, ਸਭ ਤੋਂ ਅਖੀਰਲਾ ਪ੍ਰਚਾਰ ਮੇਰਾ ਹੀ ਸੀ। ਸੋ ਖੁਦਾ ਨੇ ਉਸ ਜਗ੍ਹਾ 'ਤੇ ਜਦੋਂ ਮੈਨੂੰ ਖੜਾ ਕਰਾਇਆ, ਮੈਂ ਉਸ ਸਮੇਂ ਆਪਣੇ ਪਿਤਾ ਜੀ ਨੂੰ, ਆਪਣੇ ਮਾਂ ਨੂੰ, ਤੁਹਾਨੂੰ ਸਾਰਿਆਂ ਨੂੰ ਬਹੁਤ ਯਾਦ ਕੀਤਾ। ਹਾਲੇਲੂਇਆ। ਔਰ ਮੈਂ ਯਾਦ ਕਰਕੇ ਕਿਹਾ, ਪਰਿਵਾਰ ਨੂੰ ਯਾਦ ਕਰਕੇ ਕਿਹਾ ਕਿ ਤੁਹਾਡੇ ਸਭਨਾਂ ਦੇ ਸਦਕੇ, ਤੁਹਾਡੀ ਪ੍ਰਾਰਥਨਾ ਦੇ ਸਦਕੇ ਖੁਦਾ ਨੇ ਜੋ ਖੜਾ ਕਰਾਇਆ, ਉਸ ਲਈ ਮੈਂ ਪ੍ਰਭੂ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ। ਤੁਸੀਂ ਲਗਾਤਾਰ ਪ੍ਰਾਰਥਨਾ ਕਰਦੇ ਰਹੋ ਕਿ ਅਸੀਂ ਇਸੇ ਤਰ੍ਹਾਂ ਪ੍ਰਭੂ ਦੇ ਵਿੱਚ ਵਾਧੇ ਰਹੀਏ। ਹਾਲੇਲੂਇਆ, 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 ਹਾਲੇਲੂਇਆ। ਆਈਏ ਅਸੀਂ ਅੱਜ ਦੇ ਵਚਨ ਨੂੰ ਦੇਖਾਂਗੇ। ਜ਼ਬੂਰ 23 ਔਰ 1 ਤੋਂ ਲੈ ਕੇ 3 ਅੱਜ ਤੱਕ ਅਸੀਂ ਪੜ੍ਹਾਂਗੇ। ਸਾਮਸ 23 ਵਰਸਿਸ 1 2 3। ਜ਼ਬੂਰਾਂ ਦੀ ਪੋਥੀ 23 ਬਾਬ 1 ਤੋਂ ਲੈ ਕੇ 3 ਆਇਤ ਨੂੰ ਅਸੀਂ ਪੜ੍ਹਾਂਗੇ। ਯਹੋਵਾ ਮੇਰਾ ਅਯਾਲੀ ਹੈ, ਮੈਨੂੰ ਥੋੜ ਨਹੀਂ ਹੋਵੇਗੀ। ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ। ਬਸ ਅਸੀਂ ਸਾਰੇ 1 ਤੋਂ ਲੈ ਕੇ 3 ਆਇਤ ਨੂੰ ਪਿੱਛੇ ਪਿੱਛੇ ਬੋਲਾਂਗੇ। ਯਹੋਵਾ ਮੇਰਾ ਅਯਾਲੀ ਹੈ, ਯਹੋਵਾ ਮੇਰਾ ਅਯਾਲੀ ਹੈ, ਮੈਨੂੰ ਥੋੜ ਨਹੀਂ ਹੋਵੇਗੀ। ਮੈਨੂੰ ਥੋੜ ਨਹੀਂ ਹੋਵੇਗੀ। ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ, ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ, ਬਿਠਾਉਂਦਾ ਹੈ। ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ, ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ, ਲੈ ਜਾਂਦਾ ਹੈ। ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ, ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ। ਧਰਮ ਦੇ ਮਾਰਗਾਂ ਵਿੱਚ, ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਿਮਿਤ, ਉਹ ਆਪਣੇ ਨਾਮ ਦੇ ਨਿਮਿਤ ਮੇਰੀ ਅਗਵਾਈ ਕਰਦਾ ਹੈ, मेरी अगुवाई करता है। आमीन, हालेलुया, 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 हालेलुया। हिंदी में लिखा है कि यहोवा मेरा चरवाहा है, मुझे कुछ घटी ना होगी। 31 दिसंबर 2021 ਨੂੰ यानी कि पिछले साल आखिरी दिन ਪਰਮੇਸ਼ਰ ਦੀ ਆਤਮਾ ਦੇ ਅਨੁਸਾਰ ਇੱਕ ਵਚਨ ਸਾਨੂੰ ਮਿਲਿਆ ਸੀ। ਉਹ ਇਹ ਸੀ ਕਿ ਇਸ ਸਾਲ ਤੁਹਾਨੂੰ ਕਿਸੇ ਗੱਲ ਦੀ ਕਟੀ ਨਹੀਂ ਹੋਗੀ। ਯੂ ਸ਼ੈਲ ਲੈਕ ਨਥਿੰਗ। ਤੁਹਾਨੂੰ ਕਿਸੇ ਗੱਲ ਦੀ ਕਟੀ ਨਹੀਂ ਹੋਏਗੀ। ਇਹ ਖੁਦਾ ਨੇ ਸਾਨੂੰ ਸਾਰਿਆਂ ਨੂੰ ਕਲੀਸਿਆ ਦੇ ਤੌਰ ਤੋਂ ਸਾਨੂੰ ਇੱਕ ਵਚਨ ਦਿੱਤਾ ਸੀ ਕਿ ਯਹੋਵਾ ਪਰਮੇਸ਼ਵਰ ਸਾਨੂੰ ਕਿਸੇ ਗੱਲ ਦੀ ਕਮੀ ਹੋਣ नहीं देवेगा। ਦਾਊਦ ਨੇ ਇਹ ਜ਼ਬੂਰ 23 ਲਿਖਿਆ। ਕਿੰਗ ਡੇਵਿਡ wrote this Psalms 23 ਔਰ ਉਸਨੇ ਜਦ ਇਹ ਜ਼ਬੂਰ ਲਿਖਿਆ, ਬੜੀ ਹੈਰਾਨੀ ਵਾਲੀ ਗੱਲ ਸੀ ਕਿ ਦਾਊਦ ਪਰਮੇਸ਼ਵਰ ਨੂੰ ਚਰਵਾਹਾ ਕਹਿੰਦਾ ਹੈ। ਪਿਤਾ ਪਰਮੇਸ਼ਰ ਨੂੰ ਕੀ ਕਹਿੰਦਾ ਹੈ? ਚਰਵਾਹਾ ਜਾਂ ਅਯਾਲੀ ਉਹ ਕਹਿੰਦਾ ਹੈ। ਲੇਕਿਨ ਅਯਾਲੀ ਜਿਹੜਾ ਸ਼ਬਦ ਹੈ ਪਵਿੱਤਰ ਬਾਈਬਲ ਦੇ ਵਿੱਚ ਸਿਰਫ ਦਾਊਦ ਨੇ ਇਸਤੇਮਾਲ ਨਹੀਂ ਕੀਤਾ। ਪੁਰਾਣੇ ਨਿਯਮ ਔਰ ਨਵੇਂ ਨਿਯਮ ਦੋਨੋਂ ਪਾਸੇ ਜਦ ਤੁਸੀਂ ਪੜ੍ਹ ਕੇ ਦੇਖਦੇ ਹੋ, ਅਯਾਲੀ ਬਹੁਤ ਵਾਰੀ ਆਇਆ। ਪਹਿਲਾ ਆਦਮ ਔਰ ਹਵਾ ਦੇ ਜਿਹੜੇ ਬੱਚੇ ਸਨ, ਕੈਨ ਔਰ ਹਾਬਿਲ, ਉਹਦੇ ਬਾਰੇ ਉਤਪਤੀ 4:2 ਦੇ ਵਿੱਚ ਲਿਖਿਆ, ਹਾਬਿਲ ਭੇਡਾਂ ਬੱਕਰੀਆਂ ਨੂੰ ਚਰਾਉਂਦਾ ਸੀ, ਯਾਨੀ ਕਿ ਉਹ ਅਯਾਲੀ ਸੀ। ਪਹਿਲਾ ਪਤਰਸ 5:4 ਆਇਤ ਨੂੰ ਪੜਾਂਗੇ, ਜਿਸ ਵਿੱਚ ਅਯਾਲੀ ਦੇ ਬਾਰੇ ਆਖਰੀ ਵਿਵਰਣ ਕੀਤਾ ਗਿਆ। ਪੜੋ ਪਹਿਲਾ ਪਤਰਸ 5 ਬਾਬ ਔਰ ਉਸ ਦੀ 4 ਆਇਤ ਨੂੰ ਪੜੋ। जब प्रधान रखवाला प्रगट होगा, जब प्रधान रखवाला, पंजाबी से पढ़ो की लिखा, ਤਾਂ ਜਿਸ ਵੇਲੇ ਸਰਦਾਰ ਅਯਾਲੀ ਪ੍ਰਗਟ ਹੋਵੇਗਾ। सरदार अयाली मुख
ਚਰਵਾਹਾ, ਚੀਫ ਸ਼ੈਪਰਡ, ਮੁੱਖ ਅਯਾਲੀ ਪ੍ਰਗਟ ਹੋਵੇਗਾ, ਤੁਹਾਨੂੰ ਤੇਜ ਦਾ ਉਹ ਮੁਕਟ ਮਿਲੇਗਾ ਤੁਹਾਨੂੰ ਤੇਜ ਦਾ ਉਹ ਮੁਕਟ ਮਿਲੇਗਾ ਜਿਹੜਾ ਕਮਲਾਉਂਦਾ ਨਹੀਂ, ਜਿਹੜਾ ਕੁਮਲਾਉਂਦਾ ਨਹੀਂ। ਵਚਨ ਦੇ ਵਿੱਚ ਲਿਖਿਆ ਜਦ ਪ੍ਰਧਾਨ ਅਯਾਲੀ ਪ੍ਰਗਟ ਹੋਏਗਾ, ਯਾਨੀ ਕਿ ਉਤਪਤੀ ਦੇ ਵਿੱਚ ਵੀ ਅਯਾਲੀ ਦੇ ਬਾਰੇ ਜ਼ਿਕਰ ਹੈ ਔਰ ਨਏ ਨਿਯਮ ਦੇ ਪਹਿਲਾ ਪਤਰਸ ਦੀ ਕਿਤਾਬ ਪੱਤਰੀ ਦੇ ਵਿੱਚ ਵੀ, ਆਖਰੀ ਕਿਤਾਬਾਂ ਦੇ ਵਿੱਚ ਵੀ ਇੱਕ ਅਯਾਲੀ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ। ਲੇਕਿਨ ਜਿਹੜਾ ਪਤਰਸ ਦੀ ਪੱਤਰੀ ਦੇ ਵਿੱਚ ਲਿਖਿਆ ਗਿਆ ਉਹ ਮੁੱਖ ਅਯਾਲੀ ਕੌਣ ਹੈ? ਪ੍ਰਭੂ ਯੀਸ਼ੂ ਮਸੀਹ। ਉਸ ਨੂੰ ਕਿਹਾ ਗਿਆ ਉਹ ਮੁੱਖ ਅਯਾਲੀ ਹੈ। ਜ਼ਬੂਰ 23 ਤੋਂ ਅਸੀਂ ਪੜ੍ਹਿਆ ਯਹੋਵਾ ਮੇਰਾ ਅਯਾਲੀ ਹੈ। ਜ਼ਬੂਰ 23 ਇੱਕ ਬਹੁਤ ਪ੍ਰਸਿੱਧ, ਇੱਕ ਬੜਾ ਆਮ ਇੱਕ ਜ਼ਬੂਰ ਹੈ ਜਿਸ ਨੂੰ ਬੱਚਿਆਂ ਨੂੰ ਸੰਡੇ ਸਕੂਲ ਦੇ ਵਿੱਚ ਬੜੇ ਸਿਖਾਇਆ ਜਾਂਦਾ ਹੈ, ਛੋਟੀ ਉਮਰ ਤੋਂ ਸਿਖਾਇਆ ਜਾਂਦਾ ਹੈ। ਪਹਿਲੀ ਆਇਤ ਸ਼ਾਇਦ ਕਈ ਇਹੀ ਸਿਖਾਉਂਦੇ ਹੈ, ਯਹੋਵਾ ਮੇਰਾ ਅਯਾਲੀ ਹੈ। ਔਰ ਇਸ ਨੂੰ ਔਰ ਬਜ਼ੁਰਗ ਲੋਕ ਵੀ ਇਸ ਨੂੰ ਯਾਦ ਕਰਦੇ ਨੇ। ਸਭ ਤੋਂ ਆਸਾਨ ਤਰੀਕੇ ਦੇ ਨਾਲ ਕਿਹਾ ਗਿਆ ਹੋਇਆ, ਪੜ੍ਹਿਆ ਗਿਆ ਹੋਇਆ ਇਹ ਜ਼ਬੂਰ ਹੈ। ਜ਼ਬੂਰ ਹੈ ਜਿਸ ਵਿੱਚ ਅਸੀਂ ਪੜ੍ਹਦੇ ਹਾਂ ਕਿ ਯਹੋਵਾ ਮੇਰਾ ਅਯਾਲੀ ਹੈ। ਅਬਰਾਹਮ ਭੇਡਾਂ ਬੱਕਰੀਆਂ ਉਸਦੇ ਕੋਲ ਸੀ, ਲੂਤ ਦੇ ਕੋਲ ਭੇਡਾਂ ਬੱਕਰੀਆਂ ਸਨ। ਔਰ ਤੁਸੀਂ ਪੜ੍ਹ ਕੇ ਦੇਖੋਗੇ ਅਯੂਬ ਦੇ ਕੋਲ ਵੀ ਭੇਡਾਂ ਬੱਕਰੀਆਂ ਸਨ। ਮੂਸਾ ਭੇਡਾਂ ਬੱਕਰੀਆਂ ਨੂੰ ਚਾਰਦਾ ਸੀ, ਮੂਸਾ ਵੀ ਭੇਡਾਂ ਬੱਕਰੀਆਂ ਨੂੰ ਚਾਰਦਾ ਸੀ। ਯਿਤਰੋ ਦੀਆਂ ਬੇਟੀਆਂ ਭੇਡਾਂ ਬੱਕਰੀਆਂ ਨੂੰ ਚਾਰਦੇ ਸਨ। ਦਾਊਦ ਖੁਦ ਇੱਕ ਚਰਵਾਹਾ ਸੀ। ਸੋ ਜਦ ਉਸ ਨੂੰ ਲਿਖਿਆ ਗਿਆ ਯਹੋਵਾ ਮੇਰਾ ਚਰਵਾਹਾ ਹੈ, ਦਾਊਦ ਆਪਣੇ ਤਜਰਬੇ ਤੋਂ ਪਰਮੇਸ਼ਰ ਨੂੰ ਕਹਿੰਦਾ ਹੋਇਆ, ਜੋੜਦਾ ਹੋਇਆ ਕਹਿ ਰਿਹਾ ਕਿ ਰੱਬਾ ਮੈਂ ਵੀ ਇੱਕ ਚਰਵਾਹਾ ਰਿਹਾ ਹਾਂ, ਮੈਨੂੰ ਮਾਲੂਮ ਹੈ ਇੱਕ ਅਯਾਲੀ ਕਿਵੇਂ ਕੰਮ ਕਰਦਾ ਹੈ। ਮੈਂ ਕਹਿ ਸਕਦਾ ਹਾਂ ਮੇਰੇ ਨਾਲ ਵੀ ਵੱਡਾ ਅਯਾਲੀ ਤੁਸੀਂ ਹੋ। ਹਾਲੇਲੂਇਆ, 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 ਹਾਲੇਲੂਇਆ। ਲੇਕਿਨ ਦਾਊਦ ਨੇ ਪਰਮੇਸ਼ਰ ਨੂੰ ਕਿਉਂ ਕਿਹਾ ਕਿ ਯਹੋਵਾ ਤੂੰ ਮੇਰਾ ਚਰਵਾਹਾ ਹੈ, ਤੂੰ ਮੇਰਾ ਚਰਵਾਹਾ ਹੈ। ਔਰ ਉਸਨੇ ਇਹ ਕਿਉਂ ਕਿਹਾ? ਪਹਿਲੀ ਗੱਲ, ਅਸੀਂ ਸਭ ਪੇੜ ਦੇ ਵਾਂਗੂ ਭੁੱਲੇ ਫਿਰਦੇ ਸਾਂ, ਭਟਕੇ ਹੋਏ ਸਾਂ। ਕਲੀਸਿਆ ਨੂੰ ਭੇਡਾਂ ਦੇ ਵਾਂਗੂ ਕਿਹਾ ਗਿਆ ਔਰ ਵਿਸ਼ਵਾਸੀਆਂ ਨੂੰ ਭੇਡਾਂ ਦੇ ਵਾਂਗੂ ਕਿਹਾ ਗਿਆ ਔਰ ਮੁੱਖ ਅਯਾਲੀ ਪਰਮੇਸ਼ਰ ਦੇ ਵੱਲੋਂ ਕਿਹਾ ਗਿਆ। ਨਏ ਨਿਯਮ ਦੇ ਵਿੱਚ ਵੀ ਅਯਾਲੀ ਦੇ ਬਾਰੇ ਕਈ ਜ਼ਿਕਰ ਹੈ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ, ਪੁਰਾਣੇ ਨਿਯਮ 'ਚ ਵੀ ਜ਼ਿਕਰ ਹੈ ਤੇ ਨਏ ਨਿਯਮ ਦੇ ਵਿੱਚ ਵੀ ਜ਼ਿਕਰ ਹੈ। ਯੀਸ਼ੂ ਮਸੀਹ ਪੈਦਾ ਹੋਇਆ, ਇਸ ਦੀ ਖਬਰ ਕਿਸ ਨੂੰ ਮਿਲਿਆ? ਅਯਾਲੀਆਂ ਨੂੰ ਦਿੱਤਾ ਗਿਆ। ਯੀਸ਼ੂ ਮਸੀਹ ਨੇ ਖੁਦ ਆਪਣੇ ਬਾਰੇ ਯਹੋਨਾ ਦੀ ਇੰਜੀਲ 10 ਬਾਬ ਦੇ ਵਿੱਚ ਕਿਹਾ, ਅੱਛਾ ਅਯਾਲੀ ਮੈਂ ਹਾਂ, ਅੱਛਾ ਅਯਾਲੀ ਮੈਂ ਹਾਂ। ਸੋ ਪਹਿਲੀ ਗੱਲ ਅਸੀਂ ਦੇਖਾਂਗੇ ਪਰਮੇਸ਼ਰ ਨੂੰ ਕਿਉਂ ਕਿਹਾ ਗਿਆ, ਵਾਈ ਹੀ ਵਾਸ ਕਾਲਡ ਅ ਸ਼ੈਪਰਡ। ਪਰਮੇਸ਼ਰ ਨੂੰ ਕਿਉਂ ਕਿਹਾ ਗਿਆ ਕਿ ਉਹ ਮੇਰਾ ਅਯਾਲੀ ਹੈ ਜਾਂ ਉਹ ਮੇਰਾ ਚਰਵਾਹਾ ਹੈ? ਪਹਿਲੀ ਗੱਲ, ਅਸੀਂ ਸਭ ਭੇਡਾਂ ਦੇ ਵਾਂਗੂ ਭੁੱਲੇ ਫਿਰਦੇ ਸਾਂ, ਸਾਡਾ ਕੋਈ ਵਾਲੀ ਵਾਰਿਸ ਨਹੀਂ ਸੀ। ਲੇਕਿਨ ਜੇ ਪੇੜ ਹੈ ਤੇ ਭੇਡਾਂ ਨੂੰ ਚਲਾਉਣ ਦੇ ਲਈ ਇੱਕ ਅਯਾਲੀ ਦੀ ਵੀ ਕੀ ਹੈ? ਜ਼ਰੂਰਤ ਹੈ। ਪੜਾਂਗੇ ਯਸ਼ਾਇਆ ਨਬੀ ਦੀ ਕਿਤਾਬ 53 ਬਾਬ ਉਸ ਦੀ 6 ਔਰ 7 ਆਇਤ ਨੂੰ ਅਸੀਂ ਪੜਾਂਗੇ। ਦ ਬੁੱਕ ਆਫ ਆਈਜ਼ੀਆ ਚੈਪਟਰ 53 ਵਰਸ 6 ਐਂਡ 7। ਅਸੀਂ ਸਾਰੇ ਭੇਡਾਂ ਵਾਂਗੂ ਭੁੱਲੇ ਫਿਰਦੇ ਸਾਂ, ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ ਅਤੇ ਯਹੋਵਾ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ। ਉਹ ਸਤਾਇਆ ਗਿਆ ਤੇ ਦੁਖੀ ਹੋਇਆ, ਪਰ ਉਸ ਆਪਣਾ ਮੂੰਹ ਨਾ ਖੋਲਿਆ। ਲੇਲੇ ਵਾਂਗੂ ਜਿਹੜਾ ਕੱਟੇ ਜਾਣ ਲਈ ਲੈ ਜਾਇਆ ਜਾਂਦਾ ਹੈ। बस लिखा हम तो सब के सब भेड़ों के समान भटक गए थे, हम में से हर एक ने अपना अपना मार्ग लिया, यहोवा ने हम सबों के अधर्म का बोझ उसी पर लाद दिया। ਇਹਦਾ ਕੀ ਅਰਥ ਹੈ? ਲਿਖਿਆ ਅਸੀਂ ਸਭ ਭੇਡਾਂ ਦੇ ਵਾਂਗੂ ਭੁੱਲੇ ਫਿਰਦੇ ਸਾਂ। ਭੁੱਲੇ ਫਿਰਦੇ ਸਾਂ। ਹੁਣ ਸੁਣਨਾ, ਕਿਹਾ ਜਾਂਦਾ ਹੈ ਕਿ ਫਲਸਤੀਨ ਦੇ ਜਾਂ ਇਜ਼ਰਾਈਲ ਦੇ ਆਸ-ਪਾਸ ਦੇ ਜਿੰਨੇ ਅਯਾਲੀ ਨੇ ਉਹ ਆਪਣਾ ਜਿਹੜਾ ਕੱਪੜਾ ਪਾਉਂਦੇ ਨੇ, ਆਪਣੇ ਉੱਪਰ ਜਿਹੜਾ ਕੋਟ ਪਾ ਕੇ ਫਿਰਦੇ ਨੇ, ਉਹ ਜ਼ਿਆਦਾਤਰ ਉਸ ਭੇਡਾਂ ਦੇ ਬੱਕਰੀਆਂ ਦੇ ਚਮੜੀ ਦੇ ਨਾਲ ਬਣਿਆ ਹੋਇਆ ਕੋਟ ਹੁੰਦਾ ਹੈ। ਉਹਦੇ ਉੱਤੇ ਫਰ ਲੱਗੇ ਹੁੰਦੇ ਨੇ। ਉਹ ਭੇਡਾਂ ਬੱਕਰੀਆਂ ਦੇ ਹੀ ਖੱਲ ਤੋਂ, ਸ਼ੀਪ ਸਕਿਨ ਤੋਂ ਬਣਾਏ ਹੋਏ ਕੋਟ ਨੂੰ ਪਾਉਂਦੇ ਨੇ। ਸੋ ਕਿਸੇ ਨੇ ਜਾ ਕੇ, ਇੱਕ ਨਵਾਂ ਬੰਦਾ ਸੀ, ਉਸਨੇ ਜਾ ਕੇ ਪੁੱਛਿਆ, ਉਸਨੇ ਕਿਹਾ ਕਿ ਤੁਸੀਂ ਭੇਡਾਂ ਬੱਕਰੀਆਂ ਨੂੰ ਚਾਰਦੇ ਹੋ ਤੇ ਭੇਡਾਂ ਬੱਕਰੀਆਂ ਦੇ ਹੀ ਖੱਲ ਤੋਂ ਬਣਾਏ ਹੋਏ ਕੱਪੜੇ ਨੂੰ ਪਾਉਂਦੇ ਹੋ, ਇੱਕ ਹੀ ਤਰੀਕਾ ਹੈ। ਉਸਨੇ ਕਿਹਾ ਮੈਂ ਇਸ ਲਈ ਪਾਉਂਦਾ ਹਾਂ ਤਾਂ ਕਿ ਜਦੋਂ ਭੇਡਾਂ ਬੱਕਰੀਆਂ ਮੈਨੂੰ ਵੇਖਣ ਉਹ ਮੈਨੂੰ ਆਪਣਾ ਸਮਝਣ। ਹਾਲੇਲੂਇਆ।
ਉਹ ਮੈਨੂੰ ਆਪਣਾ ਸਮਝਣ ਉਹ ਮੈਨੂੰ ਆਪਣਾ ਸਮਝਣ ਕਿ ਮੈਂ ਪਰਾਇਆ ਨਹੀਂ ਹਾਂ, ਮੈਂ ਉਹਨਾਂ ਦੇ ਵਿੱਚ ਦਾ ਹੀ ਹਾਂ। ਹਾਲੇਲੂਇਆ। ਭੇਡਾਂ ਬੱਕਰੀਆਂ ਨੂੰ ਚਰਾਣਾ ਇੱਕ ਬਹੁਤ ਨਿਮਨ ਕੰਮ ਸੀ, ਇੱਕ ਬੜਾ ਹਲਕਾ ਕੰਮ ਗਿਣਿਆ ਜਾਂਦਾ ਸੀ, ਇਸ ਨੂੰ ਕਮਜ਼ੋਰਾਂ ਦਾ ਕੰਮ ਸਮਝਿਆ ਜਾਂਦਾ ਸੀ। ਔਰ ਹੈਰਾਨੀ ਵਾਲੀ ਗੱਲ ਵੀ ਇਹ ਸੀ ਕਿ ਘਰ ਦੇ ਵਿੱਚ ਜੇ ਕਈ ਬੇਟੇ ਹੋਣ ਤਾਂ ਸਭ ਤੋਂ ਛੋਟੇ ਬੇਟੇ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਭੇਡਾਂ ਬੱਕਰੀਆਂ ਨੂੰ ਚਾਰੇਗਾ। ਬਾਕੀ ਯਹੂਦੀਆਂ ਦੇ ਬੱਚੇ, ਵੱਡੇ ਬੇਟੇ ਜਿਹੜੇ ਹੁੰਦੇ ਸਨ, ਉਹ ਸਭ ਫੌਜ ਵਿੱਚ ਜਾਂਦੇ ਸਨ, ਲੇਕਿਨ ਛੋਟੇ ਬੇਟੇ ਨੂੰ ਅਯਾਲੀ ਬਣਾਇਆ ਜਾਂਦਾ ਸੀ। ਉਹਦੀ ਸਭ ਤੋਂ ਵੱਡੀ ਮਿਸਾਲ ਹੈ ਦਾਊਦ। ਦਾਊਦ ਨੂੰ ਜਦ ਸ਼ਮੂਏਲ ਮਸਾ ਕਰਨ ਦੇ ਲਈ ਆਇਆ ਤਾਂ ਉਸ ਦੇ ਪਿਤਾ ਯਿਸ਼ੇ ਨੂੰ ਪੁੱਛਿਆ, ਜਦ ਮਸਾ ਕਰਨ ਦੇ ਲਈ ਆਇਆ, ਯਿਸ਼ੇ ਦੇ ਬਾਕੀ ਜਿੰਨੇ ਬੇਟੇ ਸਨ, ਵੱਡੇ ਬੇਟੇ ਸਨ, ਉਹ ਸਭ ਕਿੱਧਰ ਸਨ? ਫੌਜ ਵਿੱਚ ਸਨ, ਸਭ ਜੰਗ ਦੇ ਮੈਦਾਨ ਦੇ ਵਿੱਚ ਸਨ, ਲੇਕਿਨ ਸਭ ਤੋਂ ਛੋਟਾ ਬੇਟਾ ਦਾਊਦ ਕਿੱਧਰ ਸੀ? ਭੇਡਾਂ ਬੱਕਰੀਆਂ ਨੂੰ ਚਾਰ ਰਿਹਾ ਸੀ। ਕਿਉਂ ਐਸਾ ਕਿਉਂ ਹੋ ਰਿਹਾ ਸੀ? ਕਿਉਂਕਿ ਭੇਡਾਂ ਬੱਕਰੀਆਂ ਨੂੰ ਚਾਰਨਾ ਬਿਲਕੁਲ ਹਲਕਾ ਘਟੀਆ ਗੱਲ, ਔਰ ਕਿਹਾ ਜਾਂਦਾ ਇਹ ਆਸਾਨ ਕੰਮ ਹੈ, ਲੇਕਿਨ ਆਸਾਨ ਕੰਮ ਨਹੀਂ ਸੀ ਹੁੰਦਾ। ਕਿਉਂ ਨਹੀਂ ਸੀ ਹੁੰਦਾ? ਕਿਉਂਕਿ ਭੇਡਾਂ ਬੱਕਰੀਆਂ ਨੂੰ ਚਾਰਨੇ ਵਾਲਾ ਚਰਵਾਹਾ ਰੋਜ਼ ਆਪਣੇ ਭੇਡਾਂ ਬੱਕਰੀਆਂ ਨੂੰ ਲੈ ਕੇ ਜਾਣਾ, ਬਾਹਰ ਦੂਰ ਦਰਾਜ਼ ਤੇ ਚਲੇ ਜਾਣਾ, ਔਰ ਇਕਾਂਤਤਾ ਦੇ ਵਿੱਚ ਉਸਨੇ ਆਪਣਾ ਜੀਵਨ ਗੁਜ਼ਾਰਨਾ। ਇਕੱਲੇ ਹੋ ਕੇ ਰਹਿੰਦਾ ਸੀ, ਸਿਰਫ ਭੇਡਾਂ ਦੇ ਨਾਲ, ਆਪਣੇ ਮਾਤਾ ਪਿਤਾ ਦੇ ਨਾਲ ਨਹੀਂ, ਆਪਣੇ ਦੋਸਤਾਂ ਦੇ ਨਾਲ ਵੀ ਨਹੀਂ, ਸਿਰਫ ਭੇਡਾਂ ਦੇ ਨਾਲ ਉਹ ਰਹਿੰਦਾ ਸੀ। ਕਿਉਂ ਰਹਿਣਾ ਪੈਂਦਾ ਸੀ? ਉਹਦਾ ਜੀਵਨ ਵੀ ਐਸਾ ਸੀ ਕਿ ਲਗਾਤਾਰ ਉਸਨੂੰ ਚੱਲਣਾ ਹੀ ਪੈਣਾ ਹੈ, ਤੁਰੇ ਹੀ ਜਾਣਾ ਹੈ, ਤੁਰਦੇ ਹੀ ਰਹਿਣਾ ਹੈ। ਕਿਉਂ ਐਸਾ ਕਰਨਾ? ਸੁਬਾਹ, ਦੁਪਹਿਰ, ਸ਼ਾਮ, ਤਿੰਨੋਂ ਟਾਈਮ ਦੇ ਦੌਰਾਨ ਉਸ ਨੂੰ ਇੱਕ ਥਾਂ ਦੇ ਵਿੱਚ ਉਹ ਟਿਕ ਨਹੀਂ ਸਕਦਾ, ਕਿਉਂਕਿ ਉਸ ਜਗ੍ਹਾ ਦੀਆਂ ਪਹਾੜੀਆਂ ਦੇ ਵਿੱਚ ਜੇਕਰ ਸੁਬਾਹ ਦੇ ਵੇਲੇ ਕਿਤੇ ਘਾਹ ਉੱਗਿਆ ਹੈ, ਫਟਾਫਟ ਉਹ ਭੇਡਾਂ ਦੀ ਅਗਵਾਈ ਕਰਨਾ, ਉਹਨਾਂ ਨੂੰ ਲੈ ਕੇ ਜਾਣਾ, ਉਧਰ ਘਾਹ ਖਿਲਾਣਾ, ਜਦ ਉਧਰੋਂ ਦੀ ਖਤਮ ਹੋਣਾ ਫਿਰ ਅਗਲੇ ਪਾਸੇ ਨੂੰ ਜਾਣਾ ਕਿ ਉੱਥੇ ਭੇਡਾਂ ਨੂੰ ਕੀ ਕਰ ਸਕੇ? ਖਾਣਾ ਖਿਲਾ ਸਕੇ। ਮੇਰੇ ਪਿਆਰੇ ਰੱਬ ਦੇ ਲੋਕੋ, ਕੱਲਾਪਨ ਉਸਨੇ ਦੇਖਿਆ, ਲੇਕਿਨ ਪ੍ਰਭੂ ਯੀਸ਼ੂ ਮਸੀਹ ਨੇ ਖੁਦ ਵੀ ਇਕੱਲੇਪਨ ਨੂੰ ਮਹਿਸੂਸ ਕੀਤਾ। ਜਦ ਗਤਸਮਨੀ ਬਾਗ ਦੇ ਵਿੱਚ ਸੀ, ਸਭ ਉਸ ਨੂੰ ਛੱਡ ਕੇ ਚਲੇ ਗਏ। ਯੀਸ਼ੂ ਮਸੀਹ ਜਦ ਔਰ ਸਲੀਬ ਉੱਤੇ ਚਾੜੇ ਗਏ, ਉਸਨੇ ਕੀ ਕਿਹਾ ਸੀ? हे प्रभु, हे प्रभु, हे पिता, ਤੂੰ ਮੈਨੂੰ ਕਿਉਂ ਛੱਡ ਦਿੱਤਾ? ਉਹਦੀ ਇਕਾਂਤਤਾ ਦੇ ਵਿੱਚ ਵੀ ਉਸਨੇ ਸਾਰਿਆਂ ਨੂੰ ਪਾ ਲਿਆ। ਹਾਲੇਲੂਇਆ। ਅਸੀਂ ਸਭ ਭਟਕੇ ਹੋਏ ਸੀ, ਅਸੀਂ ਸਭ ਗਵਾਚੇ ਹੋਏ ਸੀ। ਅੱਜ ਵੀ ਇਨਸਾਨ ਆਪਣੇ ਪਾਪਾਂ ਦੇ ਵਿੱਚ ਭਟਕਿਆ ਹੋਇਆ ਹੈ, ਆਪਣੇ ਪਾਪਾਂ ਦੇ ਵਿੱਚ ਗੁੰਮਰਾਹ ਹੋਇਆ ਪਿਆ ਹੈ, ਲੇਕਿਨ ਤੁਸੀਂ ਸਭ ਸਾਰਿਆਂ ਨੂੰ ਇੱਕ ਮੁੱਖ ਅਯਾਲੀ ਪ੍ਰਭੂ ਯੀਸ਼ੂ ਮਸੀਹ ਦੀ ਲੋੜ ਹੈ। ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਸਾਡਾ ਮੁੱਖ ਅਯਾਲੀ ਕੌਣ ਹੈ? ਪ੍ਰਭੂ ਯੀਸ਼ੂ। ਸਾਡਾ ਮੁੱਖ ਅਯਾਲੀ ਪ੍ਰਭੂ ਯੀਸ਼ੂ ਮਸੀਹ ਹੈ। ਉਸ ਯੀਸ਼ੂ ਮਸੀਹ ਦੇ ਕੋਲ ਆਣਾ। ਪ੍ਰੇਜ਼ ਦ ਲਾਰਡ। ਹਾਲੇਲੂਇਆ, ਹਾਲੇਲੂਇਆ। ਦੂਸਰੀ ਗੱਲ ਹੈ, ਯੀਸ਼ੂ ਮਸੀਹ ਨੂੰ, ਪਰਮੇਸ਼ਰ ਨੂੰ, ਪਿਤਾ ਪਰਮੇਸ਼ਰ ਨੂੰ ਦਾਊਦ ਨੇ ਕਿਉਂ ਕਿਹਾ ਕਿ ਤੂੰ ਮੇਰਾ ਚਰਵਾਹਾ ਹੈ? ਕਿਉਂਕਿ ਪੜਾਂਗੇ ਯਹੂਨਾ ਦੀ ਅੰਜੀਲ 10 ਬਾਬ ਉਸ ਦੀ 11 ਤੋਂ 14 ਆਇਤ ਨੂੰ ਅਸੀਂ ਪੜਾਂਗੇ। ਦ ਬੁੱਕ ਆਫ ਗੋਸਪਲ ਅਕॉर्डिंग टू जॉन चैप्टर 10 वर्सेस 11 to 14। ਯਹੂਨਾ ਦੀ ਅੰਜੀਲ 10 ਬਾਬ ਉਸ ਦੀ 11 ਤੋਂ 14 ਆਇਤ ਨੂੰ ਪੜੋ। अच्छा चरवाहा मैं हूँ, अच्छा चरवाहा भेड़ों के लिए अपना प्राण देता है। हाँ। मजदूर जो ना चरवाहा है और ना भेड़ों का मालिक है, भेड़ियों को आते देख भेड़ों को छोड़कर भाग जाता है। हाँ जी। और भेड़िया उन्हें पकड़ता और तितर बितर कर देता है। वह इसलिए भाग जाता है कि वह मजदूर है और उसको भेड़ों की चिंता नहीं। अच्छा चरवाहा मैं हूँ, मैं अपनी भेड़ों को जानता हूँ और मेरी भेड़ें मुझे जानती हैं। बस। हालेलुया। हालेलुया। लिखा अच्छा चरवाहा मैं हूँ। अच्छा चरवाहा भेड़ों के लिए अपना प्राण देता है। मजदूर जो ना चरवाहा है और ना भेड़ों का मालिक है, भेड़िए को आते देख भेड़ों को छोड़कर भाग जाता है और भेड़िए उन्हें पकड़ते और तितर बितर कर देता है। वह इसलिए भाग जाता कि वह मजदूर है। दूसरी गल, यहोवा मेरा चरवाहा क्यों है? क्योंकि परमेश्वर कदी भी अपनियां भेड़ां नूं मजदूर दे हत्थ नहीं सौंपेगा। जे वो चरवाहा है वो उन्हां दा फिक्र करदा है। जे वो चरवाहा है वो जानदा है कि भेड़िए कदों आणगे, मैनूं कदों अपने लोकां दी रक्षा करनी पवेगी। ये सच है। तुहाडी और मेरी जीवन दी गवाही ये है, परमेश्वर हमेशा साडी राखी करदा है। वो एक मजदूर नहीं है। वचन में सानूं सिखांदा है
ਇੱਕ ਮਜ਼ਦੂਰ ਪੇੜੀਏ ਨੂੰ ਆਂਦੇ ਵੇਖ ਕੇ ਪੇੜ ਨੂੰ ਛੱਡ ਕੇ ਭੱਜ ਜਾਂਦਾ ਹੈ। ਪੇੜ ਨੂੰ ਛੱਡ ਕੇ ਭੱਜ ਜਾਂਦਾ ਹੈ, ਲੇਕਿਨ ਚਰਵਾਹਾ ਆਪਣੀਆਂ ਭੇਡਾਂ ਦੇ ਲਈ ਜਾਨ ਤੱਕ ਦੇ ਦਿੰਦਾ ਹੈ। ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਇੱਕ ਵਾਰ ਇੱਕ ਬੰਦਾ ਉਸਨੇ ਔਰ ਪੇੜੀ ਜਿਹੜਾ ਸੀ ਚਰਵਾਹੇ ਦੇ ਉਸਨੇ ਦੇਖਿਆ ਚਰਵਾਹਾ ਭੇਡਾਂ ਨੂੰ ਚਾਰ ਰਿਹਾ ਹੈ। ਉਸਨੇ ਕਿਹਾ ਤੁਸੀਂ ਮੈਨੂੰ ਆਪਣਾ ਕੱਪੜਾ ਦੇ ਦਿਓ, ਅੱਜ ਮੈਂ ਤੁਹਾਡੀਆਂ ਭੇਡਾਂ ਨੂੰ ਕੀ ਕਰਾਂਗਾ, ਚਾਰਾਂਗਾ। ਸੋ ਉਸਨੇ ਉਸਦੇ ਕੱਪੜੇ ਨੂੰ ਲੈ ਲਏ, ਉਸਨੇ ਆਪਣੇ ਉੱਤੇ ਕੱਪੜੇ ਨੂੰ ਪਹਿਨ ਲਏ, ਭੇਡਾਂ ਦੇ ਵਿੱਚ ਤੁਰਨਾ ਫਿਰਨਾ ਸ਼ੁਰੂ ਕਰ ਦਿੱਤਾ। ਜਦ ਉਸਨੇ ਉਹਨਾਂ ਦੇ ਵਿੱਚ ਤੁਰਨਾ ਫਿਰਨਾ ਸ਼ੁਰੂ ਕਰ ਦਿੱਤਾ, ਉਸਨੇ ਆਵਾਜ਼ ਦਿੱਤੀ ਜਿਸ ਤਰ੍ਹਾਂ ਅਯਾਲੀ ਆਵਾਜ਼ ਦਿੰਦੇ ਨੇ। ਉਸ ਚਰਵਾਹੇ ਨੇ ਵੀ ਆਵਾਜ਼ ਦਿੱਤੀ ਜੋ ਉਸਦਾ ਅਸਲੀ ਮਾਲਕ ਨਹੀਂ ਸੀ। ਜਦ ਉਸਨੇ ਆਵਾਜ਼ ਦਿੱਤੀ, ਗਾਂ ਨੂੰ ਚੱਲਿਆ, ਉਹਦੇ ਮਗਰ ਕੋਈ ਵੀ ਨਾ ਆਇਆ। ਉਸਨੇ ਕਿਹਾ, ਅਸਲੀ ਮਾਲਕ ਜਿਹੜਾ ਸੀ ਉਸਨੂੰ ਪੁੱਛਿਆ, ਇਹ ਮੈਂ ਆਵਾਜ਼ ਦਿੱਤੀ, ਮੈਂ ਤੁਹਾਡੇ ਕੱਪੜੇ ਪਾਏ, ਪਰ ਮੇਰੇ ਪਿੱਛੇ ਕਿਉਂ ਨਹੀਂ ਆਏ? ਕਹਿੰਦਾ ਕਿ ਭੇਡਾਂ ਜਿਹੜੀਆਂ ਨੇ ਆਪਣੇ ਚਰਵਾਹੇ ਦੀ ਆਵਾਜ਼ ਨੂੰ ਪਛਾਣਦੀਆਂ। ਭਾਵੇਂ ਤੁਸੀਂ ਰੂਪ ਵਟਾ ਕੇ ਵੀ ਆ ਜਾਓ, ਲੇਕਿਨ ਉਹ ਆਪਣੇ ਅਯਾਲੀ ਦੀ ਆਵਾਜ਼ ਨੂੰ ਪਹਿਚਾਣ। ਹਾਲੇਲੂਇਆ, ਹਾਲੇਲੂਇਆ। ਜ਼ਬੂਰ 23 ਦੇ ਵਿੱਚ ਲਿਖਿਆ, ਉਹ ਸਾਡੇ ਅੱਗੇ ਅੱਗੇ ਚੱਲਦਾ ਹੈ। ਕਿੱਧਰ ਚੱਲਦਾ ਹੈ? ਅੱਗੇ ਅੱਗੇ। ਭੇਡਾਂ ਦੀ ਅਗਵਾਈ ਚਰਵਾਹਾ ਕਰਦਾ ਹੈ। ਐਸਾ ਹੀ ਹੋਇਆ, ਇੱਕ ਜਗ੍ਹਾ ਦੇ ਵਿੱਚ ਇੱਕ ਬੰਦਾ ਭੇਡਾਂ ਬੱਕਰੀਆਂ ਨੂੰ ਚਾਰ ਰਿਹਾ ਸੀ, ਲੇਕਿਨ ਭੇਡਾਂ ਅੱਗੇ ਸੀ, ਉਹ ਪਿੱਛੇ ਸੀ। ਭੇਡਾਂ ਅੱਗੇ ਸੀ, ਉਹ ਪਿੱਛੇ ਸੀ। ਸੋ ਉਸਨੇ ਜਾ ਕੇ ਉਸਨੂੰ ਪੁੱਛਿਆ ਕਿ ਜਨਾਬ, ਮੈਂ ਤਾਂ ਸੁਣਿਆ ਹੈ ਕਿ ਅਯਾਲੀ ਅੱਗੇ ਅੱਗੇ ਚੱਲਦਾ ਹੈ ਔਰ ਭੇਡਾਂ ਉਸਦੇ ਮਗਰ ਮਗਰ ਚੱਲਦੀਆਂ ਨੇ, ਤੁਸੀਂ ਪਿੱਛੇ, ਉਹ ਭੇਡਾਂ ਅੱਗੇ ਆ, ਇਹ ਕੀ ਸਿਸਟਮ ਹੋਇਆ? ਉਹ ਕਹਿੰਦਾ, ਗੱਲ ਇਹ ਹੈ ਕਿ ਮੈਂ ਅਯਾਲੀ ਨਹੀਂ ਆ, ਮੈਂ ਕਸਾਈ ਹਾਂ। ਆਈ ਐਮ ਅ ਬੁੱਚਰ। ਮੈਂ ਤਾਂ ਲੱਭ ਰਿਹਾ ਕਿ ਮੈਂ ਕਿਸ ਨੂੰ ਵੱਢਾਂ। ਜੇ ਅੱਛਾ ਅਯਾਲੀ ਹੁੰਦਾ, ਉਹਨੇ ਕਿੱਧਰ ਜਾਣਾ ਸੀ? ਉਹਨੇ ਅੱਗੇ ਅੱਗੇ। ਇਹ ਸੱਚ ਹੈ, ਯਹੋਵਾ ਸਾਡਾ ਅਯਾਲੀ ਸਾਡੇ ਅੱਗੇ ਅੱਗੇ ਹੋ ਕੇ ਚੱਲਦਾ ਹੈ। ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਉਹ ਮਜ਼ਦੂਰ ਨਹੀਂ ਹੈ ਜਿਸ ਨੂੰ ਸਿਰਫ ਕੰਮ ਦੇ ਨਾਲ ਮਤਲਬ ਹੈ, ਫਿਰ ਛੱਡ ਕੇ ਚਲੇ ਜਾਏਗਾ। ਤੁਸੀਂ ਇਸ ਜਗ੍ਹਾ ਦੇ ਵਿੱਚ ਆਏ ਹੋ। ਅਯਾਲੀ ਆਪਣੀਆਂ ਭੇਡਾਂ ਬੱਕਰੀਆਂ ਦਾ ਫਿਕਰ ਕਰਦਾ ਹੈ। ਕਲੀਸਿਆ ਦੇ ਅਯਾਲੀ ਆਪਣੀਆਂ ਭੇਡਾਂ ਦਾ ਫਿਕਰ ਕਰਦੇ ਹੈ। ਇਸ ਲਈ ਅਯਾਲੀ ਕੋਲ ਇੱਕ ਲੰਬਾ ਜਿਹਾ ਇੱਕ ਸੋਟੀ ਹੁੰਦੀ ਹੈ। ਛੋਟੀ ਸੋਟੀ ਨਹੀਂ, ਕਿ ਨਹੀਂ, ਲੰਬੀ ਸੋਟੀ ਹੁੰਦੀ ਹੈ। ਕਿਉਂ ਸੋਟੀ ਲੰਬੀ ਰੱਖਦਾ ਉਹ? ਤਾਂ ਕਿ ਜੇਕਰ ਕੋਈ ਪੇੜ ਆਪਣੇ ਵਾੜੇ ਤੋਂ ਗਾਂ ਪਿਛਾਵ ਬਾਹਰ ਹੋ ਜਾਏ, दूर तो सोटी मारेगा, अंदर हो जाओ, अंदर हो जाओ। पेड़ सोचेगा शायद मैनू मार क्यों वजी, उसनू पता नहीं, लेकिन अयाली नू पता है जे बाहर नू गया भेड़िए ने आके इसनू की कर लेना है, ਫੜ ਲੈਣਾ। इसलिए कलीसिया दे अयाली, कलीसिया दे सेवक। हुण सुनो, जिहड़ा शब्द पास्टर है ਉਹਦਾ असली शब्द की है पता है? शेपर्ड। अयाली, पास्टर ਦਾ मतलब है अयाली, उसे शब्द तो है अयाली। ਕਈ ਵਾਰੀ ਪਾਸਬਾਨ ਨੂੰ ਇੱਕ ਲੰਬੀ ਸੋਟੀ ਰੱਖ ਦੇ, ਜਿਹੜਾ ਥੋੜਾ ਦੂਰ ਜਾਏ, ਜਿਹੜਾ ਅੰਦਰ ਆਓ, ਅੰਦਰ ਆਓ, ਅੰਦਰ ਆਓ। ਜੇ ਤੁਸੀਂ ਬਾਹਰ ਗਏ, ਕਿਤੇ ਤੁਸੀਂ ਖਰਾਬ ਨਾ ਹੋ ਜਾਓ, ਕਿਤੇ ਤੁਸੀਂ ਬਰਬਾਦ ਨਾ ਹੋ ਜਾਓ। ਹਾਲੇਲੂਇਆ। ਕਲੀਸਿਆ ਦਾ ਖੁਦਾ ਦੇ ਸੰਤਾਂ ਦੇ ਨਾਲ ਇੱਕ ਰਿਸ਼ਤਾ, ਇੱਕ ਅਯਾਲੀ ਦਾ, ਇੱਕ ਭੇਡਾਂ ਨੂੰ ਚਾਰਨ ਵਾਲਾ ਰਿਸ਼ਤਾ ਹੈ। ਹਾਲੇਲੂਇਆ। ਪ੍ਰਭੂ ਦਾ ਆਪਣੇ ਲੋਕਾਂ ਦੇ ਨਾਲ ਇੱਕ ਰਿਸ਼ਤਾ ਵੀ ਐਸਾ ਹੀ ਹੈ। ਉਹ ਅਯਾਲੀ ਹੈ, ਅਸੀਂ ਉਸ ਦੀਆਂ ਭੇਡਾਂ ਹਾਂ। ਉਸਨੇ ਸਾਨੂੰ ਕਿਸੇ ਵਿਰਲੇ, ਕਿਸੇ ਬਗਾਨੇ ਦੇ ਹੱਥ ਵਿੱਚ ਨਹੀਂ ਰੱਖਿਆ। ਹਮੇਸ਼ਾ ਯਾਦ ਰੱਖਣਾ, ਮੈਂ ਉਹਦੇ ਪਵਿੱਤਰ ਹੱਥਾਂ ਦੇ ਵਿੱਚ ਹਾਂ। ਹਾਲੇਲੂਇਆ। ਉਹ ਮੈਨੂੰ ਸੰਭਾਲੇਗਾ, ਉਹ ਮੈਨੂੰ ਬਚਾਏਗਾ, ਉਹ ਮੇਰੀ ਰੱਖਿਆ ਕਰੇਗਾ। ਐਂਡ ਹੀ ਵਿਲ ਆਲਵੇਜ਼ ਲੀਡ ਮੀ ਇਨਟੂ ਦ ਗ੍ਰੀਨ ਪਾਸਚਰਸ। ਉਹ ਹਮੇਸ਼ਾ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਦੇ ਵਿੱਚ ਉਹ ਮੇਰੀ ਅਗਵਾਈ ਕਰੇਗਾ। ਹਾਲੇਲੂਇਆ। ਬੱਕਰੀਆਂ ਦਾ ਧਿਆਨ ਨੀਚੇ ਨੂੰ ਹੈ। ਬੱਕਰੀਆਂ ਦਾ ਧਿਆਨ ਸਿਰਫ ਖਾਣੇ ਦੇ ਲਈ ਹੈ, ਲੇਕਿਨ ਅਯਾਲੀ ਦਾ ਧਿਆਨ ਉਹਨਾਂ ਨੂੰ ਖਾਣਾ ਮੁਹੱਈਆ ਕਰਾਉਣ ਦੇ ਲਈ ਹੈ, ਉਹਨਾਂ ਦੇ ਲਈ ਰਸਤਾ ਦਿਖਾਉਣ ਦੇ ਲਈ ਹੈ। ਅਯਾਲੀ ਦੂਰ ਦੇਖਦਾ ਹੈ, ਕਿਹੜੇ ਪਹਾੜ ਦੇ ਉੱਤੇ, ਕਿਹੜੀ ਪਹਾੜੀ ਦੇ ਉੱਤੇ ਹਰਾ ਘਾਹ ਹੈ, ਮੈਂ ਉਧਰ ਇਹਨਾਂ ਨੂੰ ਲੈ ਕੇ ਜਾਵਾਂ। ਇਸੇ ਪ੍ਰਕਾਰ ਦੇ ਨਾਲ ਪਰਮੇਸ਼ਰ ਦਾ ਫਿਕਰ ਅੱਜ ਦੇ ਲਈ ਨਹੀਂ, ਤੁਹਾਡਾ ਫਿਕਰ ਅੱਜ ਦੀ ਚਿੰਤਾ, ਪਰਮੇਸ਼ਰ ਦਾ ਫਿਕਰ ਦੂਰ ਦੀ ਚਿੰਤਾ ਹੈ। ਉਹ ਦੂਰ ਤੋਂ ਤੁਹਾਨੂੰ ਦੇਖਦਾ ਹੈ, ਮੈਂ ਇਸ ਨੂੰ ਕਿਹੜੇ ਰਾਹ ਤੇ ਲੈ ਕੇ ਜਾਣਾ ਹੈ, ਮੈਂ ਇਸ ਨੂੰ ਕਿਹੜੇ ਸ਼ਹਿਰ 'ਚ ਲੈ ਕੇ ਜਾਣਾ ਹੈ, ਮੈਂ ਇਸ ਨੂੰ ਕਿਹੜੇ ਰਾਹਾਂ ਤੇ ਲੈ ਕੇ ਜਾਣਾ ਹੈ, ਮੈਂ ਇਸ ਲਈ ਕਿਹੜਾ ਇੰਤਜ਼ਾਮ ਕਰਨਾ ਹੈ।
ਤੁਸੀਂ ਅੱਜ ਦਾ ਫਿਕਰ ਕਰੋਗੇ, ਕਿਉਂਕਿ ਸਾਡੀਆਂ ਅੱਖੀਆਂ ਨੀਚੇ ਨੂੰ ਰਹਿੰਦੀਆਂ ਨੇ, ਪਰ ਖੁਦਾ ਸਾਨੂੰ ਦੂਰ ਤੋਂ ਦੇਖਦਾ ਹੈ। ਹਾਲੇਲੂਇਆ। ਹਾਲੇਲੂਇਆ। ਤੀਸਰੀ ਗੱਲ, ਪਰਮੇਸ਼ਰ ਯਹੋਵਾ ਸਾਡਾ ਚਰਵਾਹਾ ਕਿਉਂ ਹੈ? ਕਿਉਂਕਿ ਜੇਕਰ ਯਹੋਵਾ ਸਾਡਾ ਚਰਵਾਹਾ ਹੈ, ਉਸ ਦਾ ਇੱਕ ਪੁੱਤਰ ਹੈ ਔਰ ਉਹ ਆਪਣੇ ਬੇਟੇ ਤੇ ਪੂਰਨ ਰੀਤੀ ਨਾਲ ਵਿਸ਼ਵਾਸ ਕਰ ਸਕਦਾ ਹੈ। ਹਾਲੇਲੂਇਆ। ਹਾਲੇਲੂਇਆ। ਵਿਸ਼ਵਾਸ ਕਿਉਂ ਕਰ ਸਕਦਾ ਹੈ? ਕਿਉਂਕਿ ਯीशु ਮਸੀਹ ਨੇ ਆਪਣੇ ਬਾਰੇ ਕੀ ਕਿਹਾ? ਪੜਾਂਗੇ ਯਹੂਨਾ 10 ਬਾਬ ਔਰ ਉਸ ਦੀ 2 ਆਇਤ ਨੂੰ ਪੜੋ, ਪਹਿਲੀ ਔਰ ਦੂਸਰੀ ਆਇਤ ਨੂੰ ਪੜਾਂਗੇ। ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜਿਹੜਾ ਭੇਡਾਂ ਦੇ ਬਾੜੇ ਵਿੱਚ ਬੂਹੇ ਥਾਣੀ ਨਹੀਂ ਵੜਦਾ ਪਰ ਹੋਰ ਪਾਸਿਓਂ ਚੜਦਾ ਹੈ, ਉਹ ਚੋਰ ਅਤੇ ਡਾਕੂ ਹੈ। ਹਾਂ। ਪਰ ਜਿਹੜਾ ਬੂਹੇ ਥਾਣੀ ਵੜਦਾ, ਪਰ ਜਿਹੜਾ ਦਰਵਾਜ਼ੇ ਥਾਣੀ ਅੰਦਰ ਆਉਂਦਾ ਹੈ, ਉਹ ਭੇਡਾਂ ਦਾ ਅਯਾਲੀ ਹੈ। ਉਹ ਭੇਡਾਂ ਦਾ ਕੀ ਹੈ? ਅਯਾਲੀ ਹੈ। ਔਰ ਯीशु ਮਸੀਹ ਨੇ ਕਿਹਾ ਕਿ ਮੈਂ ਦਰਵਾਜ਼ਾ ਹਾਂ, ਮੈਂ ਦੁਆਰ ਹਾਂ। ਜਿਹੜਾ ਉਸ ਦਰਵਾਜ਼ੇ ਥਾਣੀ ਅੰਦਰ ਆਂਦਾ ਹੈ, ਉਹ ਭੇਡਾਂ ਦਾ ਕੀ ਹੈ? ਅਯਾਲੀ ਹੈ। ਪਰਮੇਸ਼ਵਰ ਪਿਤਾ ਪਰਮੇਸ਼ਵਰ ਆਪਣੇ ਪੁੱਤਰ ਤੇ ਵਿਸ਼ਵਾਸ ਕਰਦਾ ਹੈ ਕਿ ਉਹ ਦਰਵਾਜ਼ਾ ਹੈ ਔਰ ਉਸ ਦੇ ਦਰਵਾਜ਼ੇ ਥਾਣੀ ਜੋ ਕੋਈ ਵੀ ਅੰਦਰ ਆਏਗਾ ਉਸ ਦੀਆਂ ਭੇਡਾਂ ਹਨ। ਹਾਲੇਲੂਇਆ। ਉਹਦਾ ਅਰਥ ਕੀ ਹੈ? ਜੋ ਕੋਈ ਪ੍ਰਭੂ ਯीशु ਮਸੀਹ ਨੂੰ ਕਬੂਲ ਕਰਦਾ ਹੈ, ਉਹ ਉਸ ਨੂੰ ਅਨੰਤਤਾ ਦਾ ਜੀਵਨ ਜ਼ਰੂਰ ਮਿਲਦਾ ਹੈ। ਹਾਲੇਲੂਇਆ। ਆਕਾਸ਼ ਦੇ ਹੇਠਾਂ ਮਨੁੱਖਾਂ ਦੇ ਵਿਚਕਾਰ ਹੋਰ ਕੋਈ ਵੀ ਦੂਸਰਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾ ਸਕਦੇ ਹਾਂ। ਸਿਰਫ ਇੱਕ ਹੀ ਇੱਕ ਨਾਮ ਹੈ, ਪ੍ਰਭੂ ਯीशु ਮਸੀਹ ਦਾ ਨਾਮ, ਜਿਸ ਤੋਂ ਅਸੀਂ ਬਚਾਏ ਜਾਂਦੇ ਹਾਂ। ਹਾਲੇਲੂਇਆ। ਜੇਕਰ ਉਹ ਦਰਵਾਜ਼ਾ ਹੈ, ਜੇਕਰ ਉਹ ਹੀ ਰਾਹ ਹੈ, ਤਾਂ ਉਸ ਰਾਹ ਦੇ ਵਿੱਚ ਚੱਲਣ ਵਾਲੇ ਭੇਡਾਂ ਉਹਦੀਆਂ ਆਵਾਜ਼ ਨੂੰ ਪਹਿਚਾਨਦੀਆਂ ਨੇ, ਉਹਦੀਆਂ ਆਵਾਜ਼ ਦੇ ਮਗਰ ਮਗਰ ਹੋ ਕੇ ਚੱਲਦੀਆਂ ਨੇ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਇੱਕ ਵਾਰੀ ਇੱਕ ਬੰਦਾ ਇੱਕ ਬਹੁਤ ਵੱਡੀ ਕਬਰ ਜੀ ਸੀ, ਖੁੱਲਾ ਜਿਹਾ ਹਾਲ ਸੀ, ਉਸ ਜਗ੍ਹਾ ਤੇ ਬੈਠ ਕੇ ਪ੍ਰਾਰਥਨਾ ਕਰ ਰਿਹਾ ਸੀ ਔਰ ਜਦੋਂ ਦੁਆ ਕਰ ਰਿਹਾ ਸੀ, ਇਕੱਲਾ ਸੀ, ਉਹਦੀ ਆਵਾਜ਼ ਬਾਹਰ ਗੂੰਜ ਕੇ ਬਾਹਰ ਜਾ ਰਹੀ ਸੀ, ਕਮਰੇ ਤੋਂ ਬਾਹਰ ਜਾ ਰਹੀ ਸੀ ਔਰ ਬਾਹਰ ਤੋਂ ਇੱਕ ਬੰਦਾ ਉਸ ਕਮਰੇ ਤੋਂ ਬਾਹਰ ਨਿਕਲ ਰਿਹਾ ਹੈ। ਉਸਨੇ ਇਹਦੀ ਆਵਾਜ਼ ਨੂੰ ਸੁਣਿਆ ਕਿ ਇਹ ਭਾਈ ਬਹੁਤ ਰੋ ਰੋ ਕੇ ਦੁਆ ਕਰ ਰਿਹਾ ਹੈ। ਉਹ ਅੰਦਰ ਗਿਆ, ਉਸਨੇ ਦੇਖਿਆ ਇਹ ਬੰਦਾ ਇਕੱਲਾ ਸੀ। ਉਸਨੇ ਜਾ ਕੇ ਉਸਨੂੰ ਕਿਹਾ, ਭਾਈ ਤੂੰ ਕਿਉਂ ਰੋ ਰਿਹਾ ਹੈ? ਉਸਨੇ ਕਿਹਾ, ਮੇਰੀ ਪਤਨੀ ਹਸਪਤਾਲ ਦੇ ਵਿੱਚ ਦਾਖਲ ਹੈ, ਉਸ ਨੂੰ 10,000 ਰੁਪਏ ਦੀ ਲੋੜ ਹੈ। ਮੈਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰ ਰਿਹਾ ਹਾਂ ਕਿ ਪ੍ਰਭੂ ਜੀ ਮੇਰਾ ਕੋਈ ਇੰਤਜ਼ਾਮ ਕਰ। ਉਸਨੇ ਉਸੇ ਵੇਲੇ, ਉਸ ਅਮੀਰ ਬੰਦਾ ਸੀ, ਉਸਨੇ ਉਸੇ ਵੇਲੇ 10,000 ਰੁਪਏ ਕੱਢ ਕੇ ਦਿੱਤੇ। ਉਸਨੂੰ ਦੇ ਕੇ ਕਿਹਾ, ਮੇਰਾ ਕਾਰਡ ਵੀ ਤੁਸੀਂ ਲੈਣਾ, ਇਹ ਵਿਜ਼ਿਟਿੰਗ ਕਾਰਡ ਹੈ, ਇਸ ਵਿੱਚ ਮੇਰਾ ਨੰਬਰ ਲਿਖਿਆ ਹੈ, ਇਸ ਵਿੱਚ ਮੇਰਾ ਨਾਮ ਵੀ ਲਿਖਿਆ ਹੈ। ਜਦ ਵੀ ਤੁਹਾਨੂੰ ਲੋੜ ਪਵੇ ਤੁਸੀਂ ਮੈਨੂੰ ਫੋਨ ਕਰਨਾ, ਮੈਂ ਹਾਜ਼ਰ ਹੋਵਾਂਗਾ। ਹਾਲੇਲੂਇਆ। ਪਰ ਉਸਨੇ ਲੈਣ ਤੋਂ ਮਨਾ ਕਰਤਾ। ਉਹ ਜਿਹੜਾ ਬੰਦਾ ਦੁਆ ਕਰ ਰਿਹਾ ਸੀ, ਉਸਨੇ ਕਾਰਡ ਲੈਣ ਤੋਂ ਮਨਾ ਕਰਤਾ। ਉਸਨੇ ਕਾਰਡ ਨਹੀਂ ਲਿਆ, ਉਸਨੇ ਕਾਰਡ ਨਹੀਂ ਲਿਆ ਔਰ ਉਸਨੇ ਕਿਹਾ ਕਿ ਭਾਈ ਤੁਸੀਂ ਪੈਸੇ ਮੇਰੇ ਕੋਲ ਲੈ ਲਏ ਪਰ ਕਾਰਡ ਕਿਉਂ ਨਹੀਂ ਲਿਆ? ਮੈਂ ਤਾਂ ਤੁਹਾਨੂੰ ਆਫਰ ਦਿੱਤੀ ਹੈ ਕਿ ਤੁਸੀਂ ਜਦੋਂ ਵੀ ਤੁਹਾਨੂੰ ਲੋੜ ਪਏ ਤੁਸੀਂ ਮੈਨੂੰ ਫੋਨ ਕਰਨਾ, ਮੈਂ ਹਾਜ਼ਰ ਹੋਵਾਂਗਾ। ਉਸਨੇ ਕਿਹਾ ਕਿ ਨਹੀਂ, ਮੈਨੂੰ ਤੁਹਾਡਾ ਕਾਰਡ ਦੀ ਲੋੜ ਨਹੀਂ, ਮੈਨੂੰ ਤੁਹਾਡੇ ਫੋਨ ਨੰਬਰ ਦੀ ਵੀ ਲੋੜ ਨਹੀਂ। ਉਸਨੇ ਕਿਹਾ ਕਿਉਂ? ਉਸਨੇ ਕਿਹਾ ਇਸ ਲਈ ਕਿ ਮੈਂ ਜਿਸ ਪਰਮੇਸ਼ਰ ਨੂੰ ਮੰਨਦਾ ਹਾਂ, ਜਿਸ ਪਰਮੇਸ਼ਰ ਨੇ ਤੁਹਾਨੂੰ ਮੇਰੇ ਕੋਲੋਂ ਭੇਜਿਆ, ਅਗਲੀ ਵਾਰੀ ਜਦੋਂ ਲੋੜ ਪਏਗੀ ਮੈਂ ਤੁਹਾਨੂੰ ਫੋਨ ਨਹੀਂ ਕਰਾਂਗਾ, ਮੈਂ ਪਰਮੇਸ਼ਰ ਨੂੰ ਪੁਕਾਰਾਂਗਾ, ਉਹ ਮੇਰਾ ਇੰਤਜ਼ਾਮ ਕਰੇਗਾ। ਹਾਲੇਲੂਇਆ। 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 ਇਹ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸਿੱਖਿਆ ਹੈ, ਇਹ ਜ਼ਿੰਦਗੀ ਦੀ ਇੱਕ ਬਹੁਤ ਵੱਡੀ ਸੀਖ ਹੈ। ਇਨਸਾਨ ਦੇ ਹੱਥ ਨੂੰ ਨਹੀਂ, ਉਹ ਅੱਛਾ ਅਯਾਲੀ ਤੁਹਾਡਾ ਫਿਕਰ ਕਰਦਾ ਹੈ, ਉਸ ਨੂੰ ਪੁਕਾਰਨਾ, ਵੇਲੇ ਸਿਰ ਉਹ ਤੁਹਾਡੇ ਲਈ ਇੰਤਜ਼ਾਮ ਵੀ ਕਰੇਗਾ। ਹਾਲੇਲੂਇਆ। ਵੇਲੇ ਸਿਰ ਸਹੀ ਲੋਕਾਂ ਨੂੰ ਵੀ ਤੁਹਾਡੇ ਸਾਹਮਣੇ ਲੈ ਕੇ ਆਵੇਗਾ। ਵੇਲੇ ਸਿਰ ਜਿਸ ਨੂੰ ਲੋੜ ਹੈ, ਵੇਲੇ ਸਿਰ ਇੰਤਜ਼ਾਮ ਕਰਨੇ ਵਾਲੇ ਵਿਅਕਤੀ ਨੂੰ ਵੀ ਪਰਮੇਸ਼ਰ ਤੁਹਾਡੇ ਸਨਮੁਖ ਲੈ ਕੇ ਆਏਗਾ। ਹਾਲੇਲੂਇਆ। ਉਹ ਸਾਡੀ ਅਗਵਾਈ ਕਰਦਾ ਹੈ। ਸਾਡੀ ਕੀ ਕਰਦਾ ਹੈ? ਉਹ ਆਪਣੇ ਵਚਨ ਦੇ ਦੁਆਰਾ ਸਾਡੀ ਕੀ ਕਰਦਾ ਹੈ? ਅਗਵਾਈ ਕਰਦਾ ਹੈ। ਇਸ ਲਈ ਤਾਂ ਵਚਨ 'ਚ ਲਿਖਿਆ, ਉਹ ਮੇਰੀ ਅਗਵਾਈ ਕਰਦਾ ਹੈ। ਅੱਛਾ ਚਰਵਾਹਾ ਸਾਡੀ ਕੀ ਕਰਦਾ ਹੈ? ਅਗਵਾਈ। 119 ਦੀ 105 ਆਇਤ ਵਿੱਚ ਇਹੀ ਲਿਖਿਆ ਹੈ ਕਿ ਤੇਰਾ ਵਚਨ ਮੇਰੇ ਪੈਰਾਂ ਦੇ ਲਈ ਦੀਪਕ ਔਰ ਮੇਰੇ ਰਾਹਾਂ ਦੇ ਲਈ ਕੀ ਹੈ? ਹੋ ਉਜਿਆਲਾ। ਹਾਲੇਲੂਇਆ। ਉਹਦਾ ਵਚਨ, ਉਹਦੇ ਵਚਨ ਦੇ ਵਸੀਲੇ ਸਾਡੀ ਅਗਵਾਈ ਉਹ ਕਰਦਾ ਹੈ। ਤੁਸੀਂ ਅੱਜ ਇਸ ਪਰਮੇਸ਼ਰ ਦੇ ਘਰ ਦੇ ਵਿੱਚ ਆਏ ਹੋਣਗੇ, ਕੋਈ ਨਾ ਕੋਈ ਅਗਵਾਈ ਨੂੰ ਲੈਣ ਦੇ ਲਈ ਆਏ ਹੋਣਗੇ, ਕੋਈ ਨਾ ਕੋਈ ਰਾਹ ਤੱਕਣ ਦੇ ਲਈ ਆਏ ਹੋਣਗੇ, ਕੋਈ ਨਾ ਕੋਈ ਇੰਤਜ਼ਾਮ ਨੂੰ ਦੇਖਣ ਦੇ ਲਈ ਆਏ ਹੋਣਗੇ, ਕੋਈ ਨਾ ਕੋਈ ਵਚਨ ਨੂੰ ਸੁਣਨ ਦੇ ਲਈ ਆਏ ਹੋਣਗੇ। ਪਰ ਮੈਂ ਤੁਹਾਨੂੰ ਅੱਜ ਪਰਮੇਸ਼ਰ ਦਾ ਦਾਸ ਹੁੰਦੇ ਹੋਏ ਵਚਨ ਤੋਂ ਤੁਹਾਨੂੰ ਸਿਖਾਉਣਾ ਚਾਹੁੰਦਾ ਹਾਂ ਕਿ ਖੁਦਾ ਤੁਹਾਡਾ ਅਯਾਲੀ, ਉਹ ਤੁਹਾਡੀ ਅਗਵਾਈ ਕਰੇਗਾ। ਹਾਲੇਲੂਇਆ। ਉਹ ਤੁਹਾਡੀ ਅਗਵਾਈ ਕਰੇਗਾ।
ਜਿਸ ਰਾਹ ਤੇ ਖੁਦਾ ਨੇ ਤੁਹਾਨੂੰ ਨਹੀਂ ਚਲਾਣਾ ਉਹਦੇ ਲਈ ਰਸਤੇ ਬੰਦ ਵੀ ਕਰੇਗਾ, ਪਰ ਜਿਸ ਰਾਹ ਤੇ ਖੁਦਾ ਨੇ ਤੁਹਾਨੂੰ ਚਲਾਣਾ ਹੈ ਉਸ ਲਈ ਉਹ ਆਪ ਅੱਗੇ ਲੱਗ ਕੇ ਤੁਹਾਡੇ ਰਸਤਿਆਂ ਨੂੰ ਵੀ ਖੋਲੇਗਾ। ਹਾਲੇਲੂਇਆ, 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 ਹਾਲੇਲੂਇਆ। ਇਸ ਲਈ ਖੁਦਾ ਦਾ ਵਚਨ ਦੇ ਵਿੱਚ ਲਿਖਿਆ ਪਰਮੇਸ਼ਰ ਦਾ ਆਤਮਾ ਸੱਤਿਆ ਦਾ ਆਤਮਾ ਹੈ, ਔਰ ਜਦ ਉਹ ਸੱਤਿਆ ਦਾ ਆਤਮਾ ਸੱਚਾਈ ਦਾ ਆਤਮਾ ਆਏਗਾ ਉਹ ਤੁਹਾਡੀ ਸੱਚਾਈ ਦੇ ਵਿੱਚ ਸਾਡੀ ਅਗਵਾਈ ਕਰੇਗਾ। ਝੂਠ ਦੇ ਵਿੱਚ ਅਗਵਾਈ ਨਹੀਂ ਕਰੇਗਾ, ਧੋਖੇ ਦੇ ਵਿੱਚ ਅਗਵਾਈ ਨਹੀਂ ਕਰੇਗਾ, ਸੱਚਾਈ ਦੇ ਵਿੱਚ ਅਗਵਾਈ ਕਰੇਗਾ। ਇਸ ਲਈ ਵਚਨ 'ਚ ਲਿਖਿਆ ਜ਼ਬੂਰ 23 ਦੇ ਵਿੱਚ ਲਿਖਿਆ ਉਹ ਮੈਨੂੰ ਚੈਨ ਵਾਲੇ ਪਾਣੀਆਂ ਦੇ ਕੋਲ ਲੈ ਜਾਂਦਾ ਹੈ, ਜਾਂ ਹਿੰਦੀ 'ਚ ਲਿਖਿਆ ਉਹ ਮੈਨੂੰ ਸੁਖਦਾਇਕ ਪਾਣੀਆਂ ਦੇ ਕੋਲ ਲੈ ਕੇ ਜਾਂਦਾ ਹੈ। ਸਾਰੇ ਮੇਰੇ ਪਿੱਛੇ ਬੋਲਾਂਗੇ ਉਹ ਮੈਨੂੰ ਚੈਨ ਵਾਲੇ ਪਾਣੀਆਂ ਦੇ ਕੋਲ ਲੈ ਜਾਂਦਾ ਹੈ। ਪਾਣੀਆਂ ਕੋਲ ਲੈ ਜਾਂਦਾ ਹੈ। ਕਿਹੜੇ ਪਾਣੀਆਂ ਦੇ ਕੋਲ? ਚੈਨ ਵਾਲੇ। ਹਿੰਦੀ 'ਚ ਲਿਖਿਆ ਸੁਖਦਾਇਕ ਪਾਣੀਆਂ ਦੇ ਕੋਲ ਉਹ ਮੈਨੂੰ ਲੈ ਜਾਂਦਾ ਹੈ। इसका अर्थ है जिस फैसले दे विच आत्मा अगवाई करेगा उत्थे तुहानू चैन मिलेगा। जिस फैसले दे विच परमेश्वर दा आत्मा अगवाई नहीं करेगा उत्थे बेचैनी होएगी, तो समझ लेना यह परमेश्वर दा आत्मा नहीं, क्योंकि परमेश्वर दा आत्मा मैनू चैन दे विच लेके जाएगा, वो मेरी अगवाई करेगा। ਤੁਹਾਡਾ और मेरा मुख अयाली परमेश्वर है। आइए असीं उस नूं तकदे रहिए, सारे अपने अखां नूं बंद करांगे, बाकी दे हिस्से नूं अगे असीं देखांगे। वो साडी अगवाई करदा है, वो साडा मुख अयाली है। मुख अयाली सब कुछ जानदा है। मुख अयाली इस गल नूं जानदा कि असीं पेड़ा दे वांगू पुल्ले फिरदे सां, पटके होए सां, इधर उधर फिरदे सां, लेकिन इन्हां पेड़ां नूं एक अयाली दी लोड़ है। वो अयाली आप परमेश्वर हुंदे होए अपने पुत्र प्रभु यीशु मसीह नूं साडे लई घल्लिया, जेड़ा रखवालियां दा अयाली दा सरदार बन के तुहाडे कोल आया, महिमा दा मुकुट देण दे लई तुहाडे कोल आया। मेरे प्यारे रब दे लोको, की तुसीं उस अच्छे अयाली उत्ते विश्वास करोगे? अच्छा अयाली तुहाडा फिक्र करदा है, अच्छा अयाली तुहाडे लई रस्ते नूं तैयार करदा है, अच्छा अयाली वो है जो तुहाडा इंतजाम करदा है, अच्छा अयाली अपनी पेड़ां दे लई जान देंदा है। सचमुच प्रभु यीशु मसीह ने तुहाडे लई मेरे लई अपनी जान दे दित्ती। हालेलुया। कितना महान प्यार है। वो मजदूर नहीं है, मजदूर पेड़ियां नूं दे के छड़ के भज जाता है, लेकिन अच्छा चरवाहा अपनी जान देता है। यीशु मसीह अच्छा चरवाहा है, वो मजदूर नहीं, वो छड़ के भजया नहीं, सारे ने उसनू छड़ दिता, पर उसने किसी नू छड़िया नहीं, वो खड़ा रहा, दुख सहन दे लई भी खड़ा रहा। वो अच्छा याली तुहाडे लई भी अज कह रहा है, मैं तुहानू छड़ के भजन वाला नहीं हाँ, मैं तुहानू छड़ के भजन वाला नहीं हाँ, मैं तुहाडे नाल खड़ा हाँ। मैं पिछों खड़े होके अगवाई नहीं करांगा, मैं अगे खड़ा होके तुहाडी अगवाई करांगा। जिथे तुहाडा जरूरत है उधर तुहानू लेके जावांगा, जिथे तुहानू चारा देना है उथे तुहानू लेके जावांगा, सुखदायक पानियां दे कोल लेके जावांगा। शाबाना बहुड़ा रवा। आई असी इंसान दे हत्थां नू नहीं, उस मुख अयाली दे हत्थां नू देखिए, उस मुख अयाली नू पुकारिए जेड़ा तुहानू अगवाई करेगा। कहिए खुदावंदा तू मेरी अगवाई कर, प्रभु जी तुसी मेरी अगवाई करो, जिंदगी दे हर रात विच तुसी मेरी अगवाई करो। ओ लॉर्ड यू लीड मी, मेरी अगवाई करो, जिस राह ते मैं जाना है तुसी मेरी अगवाई करो। तारीफ हालेलुया। धन्यवाद साडे स्वर्गीय पिता, तुहाडा धन्यवाद करदे हां। तू कितना महान परमेश्वर है, तू साडा अच्छा चरवाहा है। अच्छा चरवाहा अपनी भेड़ां दे लई जान देता है। प्रभु यीशु सचमुच असी भुल्ले फिरदे सां, असी भटके होए सां, लेकिन धन्यवाद करदे हां तू मनुख दा रूप धारण करके आया, तू मनुख दा रूप धारण करके आया, तू साडा वर्गा बनिया, साडे लई अपनी जान दित्ती, पापा तो माफी दिलाई। इसलिए तुहाडा दिल तो धन्यवाद करदे हां। तू मजदूर नहीं है, तू साडा रखवाला है, तू सानू छड़ के भजन वाला नहीं है, अगे लग के साडी अगवाई करने वाला परमेश्वर है। धन्यवाद तू साडे नाल नाल रहिंदा है।
ਧੰਨਵਾਦ। ਅੱਛਾ ਅਯਾਲੀ ਦੇ ਉੱਤੇ ਵਿਸ਼ਵਾਸ ਕਰ ਸਕਦੇ ਹਾਂ। ਅੱਛੇ ਅਯਾਲੀ ਦੇ ਉੱਤੇ ਅਸੀਂ ਆਪਣੇ ਸਾਰੇ ਬੋਝ ਨੂੰ, ਸਾਰੇ ਚਿੰਤਾਵਾਂ ਨੂੰ ਦੇ ਸਕਦੇ ਹਾਂ। ਇਸ ਗੱਲ ਤੇ ਵਿਸ਼ਵਾਸ ਕਰਦੇ ਹੋਏ ਕਿ ਜੇ ਇੱਥੇ ਤੱਕ ਸਾਡੀ ਮਦਦ ਕੀਤੀ, ਅੱਗੇ ਵੀ ਸਾਡੀ ਮਦਦ ਕਰੇਗਾ, ਅੱਗੇ ਵੀ ਸਾਡੀ ਸਹਾਇਤਾ ਕਰੇਗਾ। ਧੰਨਵਾਦ ਕਰਦੇ ਹਾਂ। ਜੋ ਵਚਨ ਦਾ ਬੀਜ ਬਿਛਿਆ ਗਿਆ 100 ਗੁਣਾ ਫਲ ਲੈ ਕੇ ਆਵੇ। ਬੇਨਤੀ ਨੂੰ ਸੁਣੋ ਯਿਸੂ ਮਸੀਹ ਦੇ ਨਾਮ 'ਚ।